ਗੁਰਚਰਨ ਸਿੰਘ ਗਰੇਵਾਲ जी ਸਾਡੇ ਨਾਲ ਐਸਜੀਪੀਸੀ ਤੋਂ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਐਸਜੀਪੀਸੀ ਇਸ ਨੂੰ ਕਿਵੇਂ ਦੇਖ ਰਹੀ ਹੈ? ਦੇਖੋ, ਗੁਰੂ ਘਰ ਦੇ ਬਾਹਰ ਕਤਲ ਕੀਤਾ ਜਾਂਦਾ ਹੈ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ। ਦੂਜੀ ਗੱਲ ਇਹ ਹੈ ਕਿ ਉੱਥੇ ਬੋਰਡ ਜਿਸ ਤਰੀਕੇ ਨਾਲ ਲੱਗੇ ਉਹ ਵੀ ਇੱਕ ਕੁਐਸਚਨ ਮਾਰਕ ਤਾਂ ਜ਼ਰੂਰ ਹੈ ਕਿ ਇੰਡੀਅਨ ਕੌਂਸੂਲੇਟ ਦੇ ਡਾਇਰੈਕਟਲੀ ਬੋਰਡ ਲਗਾ ਕੇ ਉਹ ਵਾਂਟਡ ਕਰਾਰ ਦੇ ਦਿੱਤੇ ਗਏ। ਹੁਣ ਪੁਆਇੰਟ ਇਹ ਹੈ ਕਿ ਵਾਕਈ ਹੀ ਇਸ ਤਰੀਕੇ ਨਾਲ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਦੇ ਦਿੱਤੀ ਪਾਰਲੀਮੈਂਟ ਦੇ ਵਿੱਚ, ਇਹ ਦੋਵੇਂ ਦੇਸ਼ਾਂ ਦੇ ਰਿਸ਼ਤੇ ਔਰ ਰਿਸ਼ਤਿਆਂ ਦਾ ਅਸਰ ਪੰਜਾਬੀਆਂ ਤੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਉੱਤੇ ਨਹੀਂ ਪਏਗਾ? ਦੇਖੋ ਗੌਰਵ ਜੀ, ਤੁਸੀਂ ਪਹਿਲਾਂ ਆਰੰਭ ਦੇ ਵਿੱਚ ਗੱਲ ਕੀਤੀ ਆ ਕਿ ਅੱਜ ਦੀ ਜਿਹੜੀ ਡਿਬੇਟ ਆ, ਭਾਵੇਂ ਡਿਬੇਟ ਤਾਂ ਤੁਹਾਡੀ ਹਰ ਹੀ ਵੈਲਿਊਏਬਲ ਹੁੰਦੀ ਆ ਜੀ, ਪਰ ਇਹ ਬਹੁਤ ਗੰਭੀਰਤਾ ਦਾ ਵਿਸ਼ਾ। ਇਸ ਨੂੰ ਅਸੀਂ 1 ਘੰਟੇ ਦਾ ਟਾਈਮ ਆ ਜਾਂ 40 ਮਿੰਟ ਦਾ ਟਾਈਮ ਆ, ਇਹਦੇ ਵਿੱਚ ਸਿਰਫ ਅਸੀਂ ਇੱਕ ਦੂਜੇ ਨੂੰ ਉੱਚੀ ਸੁਰ ਦੇ ਵਿੱਚ ਨੀਵਾਂ ਦਿਖਾ ਕਰੀਏ, ਇਹਦਾ ਅਸਰ ਬੜਾ ਡੂੰਘਾ ਜਾਣ ਵਾਲਾ, ਬਹੁਤ ਵੱਡੀ ਚੇਂਜ ਆ ਜਾਏਗੀ ਜੇ ਇਹ ਅੱਜ ਦੇ ਹਾਲਾਤ ਜਿਹੜੇ ਆ ਇਹ ਨਹੀਂ ਸੁਧਰਦੇ ਜੀ। ਕਿਉਂਕਿ ਇਹ ਸਿੱਖਾਂ ਦੇ ਨਾਲ ਜੁੜਿਆ ਮਾਮਲਾ, ਮੈਂ ਇਕੱਲਾ ਪੰਜਾਬੀ ਦਾ ਗੱਲ ਨਾ ਕਰਾਂ, ਇਹ ਸਿੱਖਾਂ ਨਾਲ ਸਿੱਧੇ ਤੌਰ ਤੇ ਜੁੜਿਆ ਮਾਮਲਾ। ਤੇ ਇਹ ਸਿੱਖ ਜਿਹੜੇ ਆ ਇਹ ਦੇਸ਼ ਦੀ ਕਹਿੰਦੇ ਆ ਬੁਨਿਆਦ ਦੇ ਵਿੱਚ ਆਪਣਾ ਖੂਨ ਤੇ ਲਹੂ ਤੇ ਸਿਰ ਦੇਣ ਵਾਲੇ ਸਿੱਖ ਨੇ, ਤੇ ਅੱਜ ਵੀ ਸਰਹੱਦਾਂ ਤੇ ਇਹ ਗੱਲ ਦੀ ਕਾਇਮੀ ਆ। ਮੈਂ ਇਹ ਗੱਲ ਕਲੀਅਰ ਕਰਦੇ ਆ, ਚਾਹੇ ਚੰਨੀ ਸਾਹਿਬ ਬੈਠੇ ਨੇ, ਚਾਹੇ ਇੱਥੇ ਭਾਰਤਵਾਜ ਜੀ ਬੈਠੇ ਨੇ, ਇੱਥੇ ਕੋਈ ਨੂਰਾ ਕੁਸ਼ਤੀ ਨਹੀਂ ਕਰਨੀ, ਆਪਾਂ ਇਹਦੀ ਗੰਭੀਰਤਾ ਦੀ ਗੱਲ ਕਰਨੀ ਆ। ਤੇ ਮੈਂ ਇਹ ਗੱਲ ਕਲੀਅਰ ਕਰਦੇ ਆ ਕਿ ਮੈਂ ਇੱਕ ਖਾਲਿਸਤਾਨੀ ਦੇ ਤੌਰ ਤੇ ਨਹੀਂ ਬੈਠਾ ਇੱਥੇ, ਤੇ ਖਾਲਿਸਤਾਨੀ ਦੀ ਗੱਲ ਕਰਨ ਵਾਲਿਆਂ ਦੇ ਮੈਂ ਖਿਲਾਫ ਨਹੀਂ ਹੈਗਾ, ਇਹ ਗੱਲ ਮੇਰੀ ਕਲੀਅਰ ਕਰ ਲਓ। ਦੂਜੀ ਗੱਲ ਜੀ, ਵਿਦੇਸ਼ ਦੇ ਅੰਦਰ ਜੋ ਪਿਛਲੇ ਦਿਨੀ ਘਟਨਾਵਾਂ ਵਾਪਰੀਆਂ, ਕਿਸੇ ਨੇ ਝੰਡਾ ਪਾੜਿਆ, ਬਹੁਤ ਮਾੜੀ ਗੱਲ ਆ, ਕਿਸੇ ਨੇ ਕਾਉਂਸਲਰ ਕੁੱਟਿਆ, ਉਹ ਮਾੜੀ ਗੱਲ ਆ, ਕਿਸੇ ਨਾ ਕਿਸੇ ਢੰਗ ਨਾਲ ਬਦਨਾਮ ਸਿੱਖਾਂ ਨੂੰ ਉਲਝਾ ਕੇ ਬਦਨਾਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਆ। ਮੈਂ ਇਹ ਮੰਨਦਾ ਕਿ ਸਿੱਖਾਂ ਦੀ ਸਲਤਨਤ ਜਿਹੜੀ ਬਾਹਰ ਦੁਨੀਆ ਦੇ ਅੰਦਰ ਧਾਕ ਜੰਮੀ ਆ, ਉਹਨੂੰ ਡੈਂਟ ਪਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਉਸੇ ਗੱਲ ਦਾ ਹਿੱਸਾ ਇਹ ਆ ਗਿਆ। ਇੱਕ ਗੱਲ ਮੈਂ ਬਹੁਤ ਗੰਭੀਰਤਾ ਨਾਲ ਕਹਿਣਾ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕੋਈ ਸਿਆਸਤ ਅਧੀਨ ਕਹਿੰਦਾ ਜਾਂ ਕੁਝ ਵੀ ਕਹਿੰਦਾ, ਜੇ ਉਹਨੇ ਕਿਸੇ ਸਿਆਸਤ ਅਧੀਨ ਕੀਤਾ ਤੇ ਉਹ ਅਗਲੇ ਸਮੇਂ ਭੁਗਤੇਗਾ, ਪਰ ਜੇ ਉਹਨੇ ਕੋਈ ਗੱਲ ਕਹੀ ਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੁੱਦਾ, ਜਿਵੇਂ ਤੁਸੀਂ ਵੀ ਗੱਲ ਕੀਤੀ ਆ ਕਿ ਜੇ ਦੋਸ਼ੀ ਆ, ਜੇ ਉਹ ਤੁਹਾਡੇ ਲਈ ਇਨਾਮੀ ਜੇ ਕਹਿੰਦੇ ਆ ਬੰਦਾ ਵਾ, ਤਾਂ ਉਸਨੂੰ ਕਾਨੂੰਨ ਦੇ ਮੁਤਾਬਕ ਦੇਣੀ ਚਾਹੀਦੀ ਆ। ਜੇ ਉਹਦਾ ਕਤਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਸਾਡੇ ਦੇਸ਼ ਦੇ ਲੋਕ ਸ਼ਾਮਲ ਨੇ ਤਾਂ ਮੈਨੂੰ ਲੱਗਦਾ ਇਸ ਗੱਲ ਦਾ ਬਹੁਤ ਮਾੜਾ ਅਸਰ ਆਉਣ ਵਾਲੇ ਸਮੇਂ 'ਚ ਜਾਣ ਵਾਲਾ। ਸਾਨੂੰ ਇਹਦੀ ਗੰਭੀਰਤਾ ਸਮਝਣੀ ਪਏਗੀ, ਕਿਉਂਕਿ ਜਿੱਥੇ ਦੋ ਦੇਸ਼ਾਂ ਦੇ ਵਿੱਚ ਵੱਡਾ ਵਖਰੇਵਾ ਪਿਆ, ਜਿਹੜੀ ਕਿ ਬਹੁਤ ਵੱਡੀ ਸਾਂਝ ਹੈ। ਮੈਂ ਨਹੀਂ ਕਹਿੰਦਾ ਸਾਂਝ ਨਾ ਵੀ ਹੋਵੇ, ਕਿਉਂਕਿ ਦੁਨੀਆ ਦੇ ਅੰਦਰ ਇੱਕ ਸੰਵਾਦ ਕਰਦੇ ਆ, ਜੁੜ ਕੇ ਚੱਲਦੇ ਆ, ਤੇ ਦੋ ਦੇਸ਼ਾਂ ਦੇ ਜੋ ਹਾਲਾਤ ਬਣ ਗਏ ਉਹਨੇ ਸਾਡਾ ਤਸਵੀਰ ਕੱਢਤਾ, ਅਸੀਂ ਉਹਨਾਂ ਦਾ ਕੱਢਤਾ। ਇਹ ਜਿਹੜੇ ਵੀ ਹਾਲਾਤ ਬਣੇ ਆ ਇਹ ਮਾੜੇ ਨੇ, ਇਹਨਾਂ ਹਾਲਾਤਾਂ ਨੂੰ ਸੁਧਾਰਨਾ ਚਾਹੀਦਾ, ਇਹਨੂੰ ਵਿਗਾੜਨਾ ਨਹੀਂ ਚਾਹੀਦਾ। ਤੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਦਿਸ ਰਹੇ ਨੇ ਦੁਨੀਆ ਦੇ ਵਿੱਚ, ਦੇਸ਼ ਦੀ ਇਸ ਗੱਲ 'ਚ ਹਾਨੀ ਹੋਈ ਆ। ਮੈਂ ਅਗਲੇ ਟਰਮ ਦੇ ਵਿੱਚ ਤੁਹਾਨੂੰ ਮੈਂ ਸਬੂਤ ਕਰ ਦਿਆਂਗਾ ਕਿ ਦੁਨੀਆ ਦਾ ਮੀਡੀਆ ਕੀ ਕਹਿ ਰਿਹਾ। ਇਹ ਗੱਲ ਸਾਨੂੰ ਮੈਂ ਵੀ ਸੁਣਨ ਦੀ ਕੋਸ਼ਿਸ਼ ਕਰ ਰਿਹਾ। ਗਰੇਵਾਲ ਸਾਹਿਬ, ਠੀਕ ਹੈ, ਤੁਹਾਡਾ ਪੁਆਇੰਟ ਆਇਆ, ਤੁਸੀਂ ਬਹੁਤ ਵੈਲਿਡ ਗੱਲ ਕਹੀ ਹੈ ਕਿ ਬਹੁਤ ਗੰਭੀਰਤਾ ਨਾਲ ਗੱਲ ਕਰੀਏ। ਮੈਂ ਇੱਕ ਵਾਰ ਸਾਰਿਆਂ ਦਾ ਰੁਖ ਕਰ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਕੈਨੇਡਾ ਦੀ ਮੀਡੀਆ ਇਸ ਸਮੇਂ ਕੀ ਜ਼ਿਕਰ ਕਰ ਰਹੀ ਹੈ। ਕੈਨੇਡਾ ਦੀ ਮੀਡੀਆ ਨੂੰ ਜਿੰਨਾ ਸੁਣਨ ਦਾ ਤੇ ਪੜ੍ਹਨ ਦਾ ਮੈਂ ਕੋਸ਼ਿਸ਼ ਕੀਤੀ, ਉਹਨਾਂ ਦਾ ਜ਼ਿਕਰ ਇਹ ਹੈ ਕਿ ਇੱਕ ਸੈਪਰੇਟਿਸਟ, ਇੱਕ ਵੱਖਵਾਦੀ ਜੋ ਇੱਕ ਵੱਖਰੇ ਦੇਸ਼ ਦਾ ਮੰਗ ਕਰ ਰਿਹਾ ਹੈ ਜਾਂ ਫਿਰ ਖਾਲਿਸਤਾਨੀ ਮੂਵਮੈਂਟ ਨੂੰ ਚਲਾ ਰਿਹਾ ਹੈ, ਉਸ ਦਾ ਮਰਡਰ ਹੋਇਆ ਹਰਦੀਪ ਸਿੰਘ ਨਿੱਜਰ। ਮਤਲਬ ਬਹੁਤ ਕਲੀਅਰ ਹੈ ਕਿ ਉਹ ਇੱਕ ਐਸੀ ਮੂਵਮੈਂਟ ਚਲਾ ਰਿਹਾ ਹੈ ਜਿਸ ਦੇ ਨਾਲ ਭਾਰਤ ਦੀ ਪ੍ਰਭੂਸੱਤਾ ਨੂੰ ਖਤਰਾ ਹੈ, ਯਾਨੀ ਕਿ ਜਾਂ ਉਹਨੂੰ ਤੋੜਨ ਦੀ ਗੱਲ ਕਰ ਰਿਹਾ ਹੈ। ਇਸ ਕਰਕੇ ਮੈਂ ਇੱਥੇ ਸਿੱਧਾ ਜ਼ਿਕਰ ਕਰ ਰਿਹਾ ਕਿ ਦੁਨੀਆ ਭਰ ਦੀ ਮੀਡੀਆ ਇਸ ਸਮੇਂ ਕੀ ਜ਼ਿਕਰ ਕਰ ਰਹੀ ਹੈ ਹਰਦੀਪ ਸਿੰਘ ਨਿੱਜਰ ਦੇ ਲਈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਮੰਡ ਜੀ ਦਾ ਰੁਖ ਕਰਦਾ। ਪਰਮਜੀਤ ਸਿੰਘ ਮੰਡ ਜੀ ਦਲ ਖਾਲਸਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮੰਡ ਜੀ, ਮੈਂ ਸਿੱਧਾ ਡਾਇਰੈਕਟਲੀ ਉਸ ਪੁਆਇੰਟ ਤੋਂ ਆਉਣਾ ਜਿਵੇਂ ਗਰੇਵਾਲ ਜੀ ਨੇ ਜ਼ਿਕਰ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਵੱਖਵਾਦੀਆਂ ਕਰਕੇ ਜਾਂ ਫਿਰ ਕੁਝ ਲੋਕਾਂ ਕਰਕੇ ਦੋ ਵੱਡੇ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਹੈ, ਤਲਖੀ ਆ ਰਹੀ ਹੈ ਜਾਂ ਆ ਚੁੱਕੀ ਹੈ? ਪੁਆਇੰਟ ਨੰਬਰ 2, ਤੁਹਾਨੂੰ ਨਹੀਂ ਲੱਗਦਾ ਕਿ ਕੁਝ ਵੱਖਵਾਦੀਆਂ ਕਰਕੇ ਜਿਹੜੇ ਹਜ਼ਾਰਾਂ ਲੱਖਾਂ ਇਸ ਸਮੇਂ ਕੈਨੇਡਾ ਦੇ ਵਿੱਚ ਵਸੇ ਹੋਏ ਪੰਜਾਬੀ ਨੇ, ਉਹਨਾਂ ਦੀ ਵੀ ਚਿੰਤਾ ਵਧੀ ਹੋਏਗੀ? ਨਹੀਂ ਗੌਰਵ ਜੀ, ਇਦਾਂ ਦੀ ਕੋਈ ਗੱਲ ਨਹੀਂ ਗੀ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਜਿਹੜੀ ਜਿੱਥੋਂ ਤੁਸੀਂ ਸ਼ੁਰੂਆਤ ਵੀ ਕੀਤੀ, ਪਹਿਲੀ ਗੱਲ ਤਾਂ ਮੈਂ ਉਸ ਚੀਜ਼ ਨਾਲ ਡਿਸਐਗਰੀ ਕਰਦਾ ਇੱਕ ਤੁਹਾਡੇ ਪੁਆਇੰਟ ਦੇ ਨਾਲ, ਜਿੱਥੇ ਤੁਸੀਂ ਕਿਹਾ ਸੀ ਕਿ ਜਦੋਂ ਖਾਲਿਸਤਾਨੀ ਸ਼ਬਦ ਵਰਤਦੇ ਹੋ ਤੇ ਨਾਲ ਹੀ ਤੁਸੀਂ ਸ਼ਬਦ ਵਰਤਦੇ ਹੋ ਦੇਸ਼ ਦੇ ਦੁਸ਼ਮਣ।
ਇੱਕ ਵੱਖਰੀ ਸੁਰ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਦੁਸ਼ਮਣ ਹੋ। ਦੁਸ਼ਮਣੀ ਇੱਕ ਅਲੱਗ ਚੀਜ਼ ਹੁੰਦੀ ਆ। ਸਾਡੇ ਘਰਾਂ ਦੇ ਵਿੱਚ ਵੀ ਇੱਕ ਦੂਸਰੇ ਤੋਂ ਅੱਡ ਹੋਣ ਦੀ ਗੱਲ ਚੱਲ ਪੈਂਦੀ ਆ, ਪਰ ਅੱਡ ਹੋਣ ਦਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਦੇ ਕੱਟੜ ਦੁਸ਼ਮਣ ਹੋ। ਸੋ ਪਹਿਲੀ ਗੱਲ ਮੈਨੂੰ ਲੱਗਦਾ ਸਾਨੂੰ ਇਹ ਚੀਜ਼ ਠੀਕ ਕਰਨੀ ਚਾਹੀਦੀ। ਅਸੀਂ ਕਦੇ ਵੀ ਇੰਡੀਆ ਨੂੰ ਆਪਣਾ ਦੁਸ਼ਮਣ ਦੇ ਤੌਰ ਤੇ ਨਹੀਂ ਮੰਨਦੇ। ਇਹ ਮੰਨਦੇ ਆ ਕਿ ਸਾਡੇ ਆਪਣੇ ਕੁਝ ਅਧਿਕਾਰ ਨੇ ਜਿਨ੍ਹਾਂ ਨੂੰ ਅਪਹੋਲਡ ਕਰਨਾ ਚਾਹੀਦਾ, ਜਿਨ੍ਹਾਂ ਦੀ ਜਸਟਿਸ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਪਹਿਲੀ ਗੱਲ ਮੈਂ ਇੱਥੋਂ ਕਲੀਅਰ ਕਰਨੀ ਚਾਹੁੰਦਾ ਸੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਵੱਖਵਾਦੀਆਂ ਦੇ ਕਾਰਨ ਦੋ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ ਪਾੜ ਪੈਂਦੀ ਤੁਹਾਨੂੰ ਦਿਖ ਰਹੀ ਆ। ਵੇਖੋ ਇਹਦੀ ਫਿਰ ਜੇ ਸਾਨੂੰ ਲੱਗਦਾ ਹੈ ਕਿ ਦੋ ਮੁਲਕਾਂ ਦੇ ਵਿੱਚ ਇਸ ਵੱਖਵਾਦੀ ਮੂਵਮੈਂਟ ਨੂੰ ਲੈ ਕੇ ਗੱਲ ਚੱਲਦੀ ਆ ਜਾਂ ਤਲਖੀ ਵੱਧ ਰਹੀ ਆ, ਤੇ ਇਸ ਦਾ ਮਤਲਬ ਜਿੱਥੇ ਉਹ ਵੱਖਵਾਦੀ ਮੂਵਮੈਂਟ ਦੀ ਜ਼ਿਕਰ ਆ, ਜਿੱਥੇ ਉਹ ਵੱਖਵਾਦੀ ਜਿਸ ਖਿੱਤੇ ਦੇ ਨੂੰ ਅਲੱਗ ਕਰਨ ਦੀ ਗੱਲ ਚੱਲਦੀ, ਤਾਂ ਮਤਲਬ ਅਸੀਂ ਇਹ ਮੰਨਦੇ ਆ ਨਾ ਕਿ ਉਸ ਦਾ ਇੱਕ ਕਨਫਲਿਕਟ ਹੈਗਾ ਆ। ਸੋ ਜਦੋਂ ਇਸ ਚੀਜ਼ ਦਾ ਕਨਫਲਿਕਟ ਆ ਤਾਂ ਉਹਦੀ ਪਹਿਲੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਇੰਡੀਅਨ ਸਟੇਟ ਤੇ ਆਉਂਦੀ ਆ ਕਿ ਉਸ ਕਨਫਲਿਕਟ ਨੂੰ ਉਹ ਪੋਲੀਟੀਕਲੀ ਰਿਜ਼ੋਲਵ ਕਰੇ। ਕਿਉਂਕਿ ਮੈਂ ਇਸ ਗੱਲ ਤੇ ਬੜਾ ਸਾਫ਼ ਆ, ਇਹ ਸਾਡਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ। ਸਾਡੀ ਖਾਲਿਸਤਾਨ ਦੀ ਮੂਵਮੈਂਟ ਇੱਕ ਪੋਲੀਟੀਕਲ ਇਸ਼ੂ ਆ। ਸੋ ਪੰਜਾਬ ਦੇ ਪੋਲੀਟੀਕਲ ਇਸ਼ੂਜ਼ ਨੂੰ ਪੋਲੀਟੀਕਲੀ ਹੀ ਰਿਜ਼ੋਲਵ ਕਰਨਾ ਚਾਹੀਦਾ। ਮੈਨੂੰ ਲੱਗਦਾ ਜਦੋਂ ਅਸੀਂ ਉਹਨੂੰ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾ ਦਿੰਦੇ, ਬਣਦੀ ਕਦੋਂ ਮੈਂ ਉਹਦੇ ਬਾਰੇ ਵੀ ਦੱਸ ਦਿੰਦਾ। ਜਦੋਂ ਕੋਈ ਚੀਜ਼ ਵਾਰ-ਵਾਰ ਸੁਣੀ ਨਹੀਂ ਜਾਂਦੀ ਕਿਸੇ ਦੀ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਇੱਕ ਹਿੱਸਾ ਹੀ ਸਹੀ, ਬੇਸ਼ੱਕ ਭਾਵੇਂ ਛੋਟਾ ਜਿਹਾ ਸਹੀ, ਮੈਂ ਵਿਚਾਲੇ ਤੁਹਾਨੂੰ ਥੋੜਾ ਜਿਹਾ ਰੋਕ ਰਿਹਾ। ਤੁਸੀਂ ਤੁਹਾਡੇ ਸਵਾਲ, ਤੁਹਾਡੇ ਜਵਾਬ ਦੇ ਵਿੱਚੋਂ ਇੱਕ ਸਵਾਲ ਹੈ, ਤੁਸੀਂ ਉਸ ਦੇ ਉੱਤੇ ਵੀ ਐਡ ਕਰ ਦਿਓ। ਸੋ ਦੂਸਰੀ ਤੁਹਾਨੂੰ ਲੱਗਦਾ ਕਿ ਗੱਲਬਾਤ ਜਿਹੜੇ ਕੈਨੇਡਾ ਦੇ ਵਿੱਚ ਬੈਠ ਕੇ ਝੰਡੇ ਲਹਿਰਾਉਂਦੇ ਨੇ ਉਹਨਾਂ ਦੇ ਨਾਲ ਹੋਣੀ ਚਾਹੀਦੀ? ਨਹੀਂ, ਬਿਲਕੁਲ। ਮੈਂ ਵੇਖੋ ਦੋ ਚੀਜ਼ਾਂ ਨੇ। ਤੁਸੀਂ ਜਦੋਂ ਆਪਾਂ ਇਹ ਕਹਿੰਦੇ ਕਿ ਕੈਨੇਡਾ ਦੇ ਵਿੱਚ ਗੱਲ ਹੋ ਰਹੀ ਹੈ, ਤੇ ਉਦੋਂ ਅਸੀਂ ਇਹ ਕਹਿ ਦਿੰਦੇ ਕਿ ਪੰਜਾਬ ਦੇ ਵਿੱਚ ਬਿਲਕੁਲ ਹੀ ਗੱਲ ਨਹੀਂ ਹੈਗੀ। ਇਹ ਗੱਲ ਵੀ ਪੂਰੀ ਸੱਚਾਈ ਨਹੀਂ ਹੈਗੀ। ਇਹਦਾ ਮਤਲਬ ਤੁਸੀਂ ਜਿੰਨਾ ਪੰਜਾਬ ਦੇ ਵਿੱਚ ਪਿਛਲੇ 40 ਸਾਲਾਂ ਦੇ ਸੰਘਰਸ਼ ਚੱਲਿਆ ਉਹਨੂੰ ਸਾਰਿਆਂ ਨੂੰ ਮਨਫੀ ਕਰ ਦਿੰਦੇ ਆ। ਅਸੀਂ ਕੈਨੇਡਾ ਦੇ ਵਿੱਚ ਜ਼ਿਆਦਾ ਆਮਦ ਸਾਡੀ ਕਦੋਂ ਵਧੀ ਆ? ਜਦੋਂ ਪੰਜਾਬ ਦੇ ਵਿੱਚ ਪੂਰੀ ਮੂਵਮੈਂਟ ਸਿਖਰ ਦੇ ਉੱਤੇ ਸੀ ਔਰ ਉਹਨੂੰ ਇੰਡੀਆ ਨੇ ਆਪਣੀ ਮਾਈਟ ਦੇ ਨਾਲ ਕ੍ਰਸ਼ ਕੀਤਾ, ਆਪਣੀ ਆਰਮਡ ਫੋਰਸਿਸ ਦੇ ਨਾਲ ਕ੍ਰਸ਼ ਕੀਤਾ। ਸੋ ਜਦੋਂ ਇੱਥੇ ਹਰ ਪਿੰਡ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਉਸ ਮੂਵਮੈਂਟ ਦਾ ਸ਼ਹੀਦ ਮਿਲ ਜਾਂਦਾ। ਇੱਕ ਜ਼ਾਹਿਰ ਜਿਹੀ ਗੱਲ ਹੈ, ਕੁਦਰਤੀ ਸੁਭਾਅ ਹੈ ਕਿ ਜਦੋਂ ਇੱਕ ਖਿੱਤੇ ਦੇ ਵਿੱਚ ਸਟੇਟ ਇਸ ਤਰੀਕੇ ਦੇ ਨਾਲ ਵਾਇਲੈਂਸ ਕਰਨ ਦੇ ਉੱਤੇ ਆ ਜਾਏ ਤੇ ਬਹੁਤ ਸਾਰੇ ਵਿੱਚੋਂ ਸ਼ਖਸ ਜਿਹੜੇ ਨੇ ਦੂਸਰੇ ਮੁਲਕਾਂ ਚਲੇ ਜਾਂਦੇ ਨੇ। ਅਸੀਂ ਬੰਗਲਾਦੇਸ਼ 'ਚ ਵੇਖਿਆ, ਮੈਂ ਪਿਛਲੇ ਵੀ ਐਗਜ਼ਾਮਪਲ ਦਿੱਤੀ ਸੀ, ਕਈਆਂ ਨੂੰ ਉਹ ਸਹੀ ਨਹੀਂ ਲੱਗੀ ਪਰ ਉਹ ਐਗਜ਼ਾਮਪਲਸ ਢੁਕਦੀਆਂ ਨੇ। ਸੋ ਜੇ ਕੋਈ ਉਹ ਚਲੇ ਗਏ ਨੇ ਉੱਥੇ ਜਾ ਕੇ, ਉਹਨਾਂ ਨੇ ਉੱਥੇ ਸ਼ਰਨ ਲਈ ਆ ਜਾਂ ਉੱਥੇ ਕੈਨੇਡਾ ਨੇ ਉਹਨਾਂ ਨੂੰ ਸ਼ਰਨ ਦਿੱਤੀ ਹੈ ਜਾਂ ਉੱਥੇ ਦੇ ਸਿਟੀਜ਼ਨ ਬਣ ਗਏ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਉਹ ਪੰਜਾਬ ਦੇ ਨਾਲੋਂ ਆਪਣੀ ਜਿਹੜਾ ਨਾਤਾ ਹੈ ਪੂਰੀ ਤਰ੍ਹਾਂ ਤੋੜ ਦੇਣ। ਉਹਨਾਂ ਦਾ ਅੱਜ ਵੀ ਇਹ ਮੰਨਣਾ ਹੈ ਕਿ ਜਿਹੜੀ ਪੰਜਾਬ ਦੀ ਮੂਵਮੈਂਟ ਜਿਵੇਂ ਚੱਲਦੀ ਆ, ਉਸ ਤੇ ਜਦੋਂ ਵੀ ਪੰਜਾਬ ਦੇ ਖਾਸਤਾਨ ਰੂਪਮਾਨ ਹੋਏਗਾ ਉਹ ਮੁੜੇ। ਇਹ ਦੁਨੀਆ ਦੀ ਹਰ ਇੱਕ ਸੈਪਰੇਟਿਸਟ ਮੂਵਮੈਂਟ ਦੇ ਨਾਲ ਹੁੰਦਾ ਹੈ, ਇਹ ਕੋਈ ਨਵੀਂ ਨਹੀਂ ਹੈਗੀ। ਈਵਨ ਜਿਹੜੀਆਂ ਸੈਪਰੇਟਿਸਟ ਮੂਵਮੈਂਟਸ ਨਾ ਵੀ ਹੋਣ, ਜੇ ਉੱਥੇ ਉਵੇਂ ਵੀ ਸਰਕਾਰ ਜ਼ਬਰ ਜ਼ੁਲਮ ਕਰੇ, ਜਿਵੇਂ ਅਸੀਂ ਨੈਲਸਨ ਮੰਡੇਲਾ ਹੋਣਾ ਦੀ ਜਿਹੜੀ ਮੂਵਮੈਂਟ ਹੈ, ਹਾਲਾਂਕਿ ਉਹ ਅਪਾਰਟheid ਦੇ ਖਿਲਾਫ ਆ, ਉੱਥੇ ਜਿਹੜੇ ਬਲੈਕਸ ਦੇ ਨਾਲ ਵਿਤਕਰਾ ਹੁੰਦਾ ਉਹਦੇ ਖਿਲਾਫ ਆ, ਉੱਥੇ ਵੀ ਜਦੋਂ ਅਫਰੀਕਨ ਗੌਰਮੈਂਟ ਗੱਲ ਨਹੀਂ ਸੀ ਸੁਣਦੀ ਔਰ ਉਹਨਾਂ ਦੇ ਉੱਤੇ ਵਾਇਲੈਂਸ ਕਰਦੀ ਸੀ, ਬਹੁਤ ਸਾਰੇ ਉਹਨਾਂ ਦੇ ANC ਦੇ ਲੀਡਰਸ ਅਫਰੀਕਾ ਤੋਂ ਬਾਹਰ ਬੈਠੇ ਸੀਗੇ। ਸੋ ਇਹ ਗੱਲ ਕਹਿਣੀ ਕਿ ਬਾਹਰ ਚਲੇ ਗਏ ਇਸ ਕਰਕੇ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕਦੀ, ਇਹ ਮੈਨੂੰ ਲੱਗਦਾ ਕੋਈ ਸਹੀ ਤਰਕ ਨਹੀਂ ਹੈਗਾ। ਗੱਲ ਹੋਣੀ ਚਾਹੀਦੀ ਆ ਤੁਹਾਡੇ ਜਿਹੜੇ ਲੌਜੀਕ ਨੇ, ਸਰ ਮੈਂ ਉਸ ਦੇ ਉੱਪਰ ਵੀ ਬੋਲਾਂ, ਮੈਂ ਇੱਕ ਵਾਰੀ ਸਾਰਿਆਂ ਦਾ ਰੁਕ ਕਰਵਾ ਦੇ ਨਾਲ ਗੱਲ ਹੋਣੀ ਚਾਹੀਦੀ ਜਿਹੜਾ ਉਸ ਚੱਲਦੀ ਵਕਾਲਤ ਕਰਦਾ ਹੈ। ਠੀਕ ਹੈ, ਨਹੀਂ ਦੇਖੋ ਪੁਆਇੰਟ ਤਾਂ ਇਹ ਵੀ ਹੈ ਨਾ ਸਰ ਕਿ ਤੁਸੀਂ ਕਹਿ ਰਹੇ ਹੋ ਕਿ ਮੂਵਮੈਂਟ ਹੁਣ ਪੰਜਾਬ ਦੇ ਵਿੱਚ ਕਿਹੜੀ ਮੂਵਮੈਂਟ ਹੈ? ਲੋਕਾਂ ਨੂੰ ਬਾਰ-ਬਾਰ ਆਪਾਂ ਇਸ ਟੌਪਿਕ ਦੇ ਉੱਤੇ ਡਿਬੇਟ ਕਰਦੇ ਹਾਂ ਔਰ ਫਿਰ ਘੁੰਮ ਫਿਰ ਕੇ ਗੱਲ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੈ, ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ। ਰੈਫਰੈਂਡਮ ਦਾ ਜ਼ਿਕਰ ਹੁੰਦਾ ਕੈਨੇਡਾ 'ਚ, ਉੱਥੇ ਇੱਕ ਸਕੂਲ ਨੂੰ ਬੁੱਕ ਕਰ ਲਿਆ ਜਾਂਦਾ ਤੇ ਉੱਥੇ ਰੈਫਰੈਂਡਮ ਕਰਾਉਣ ਦਾ ਜ਼ਿਕਰ ਹੁੰਦਾ। ਪੰਜਾਬ 'ਚ ਤਾਂ ਐਸਾ ਨਹੀਂ ਸੁਣਿਆ। ਰੈਫਰੈਂਡਮ ਦਾ ਜ਼ਿਕਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਰਵਾਵਾਂਗੇ, ਕੈਨੇਡਾ 'ਚ ਬੈਠ ਕੇ ਜਾਂ ਅਮਰੀਕਾ ਦੇ ਵਿੱਚ ਬੈਠ ਕੇ ਗੁਰਪਤਵੰਤ ਸਿੰਘ ਪੰਨੂ ਕਰਵਾ ਰਿਹਾ ਹੁੰਦਾ, ਕਦੇ ਕੈਨੇਡਾ 'ਚ ਆ ਕੇ ਨਾਅਰੇਬਾਜ਼ੀ ਕਰ ਦਿੰਦਾ, ਕਦੇ ਅਮਰੀਕਾ ਦੇ ਵਿੱਚ ਕੋਈ ਨਾਅਰੇਬਾਜ਼ੀ ਕਰਵਾ ਦਿੰਦਾ, ਜਾਂ ਫਿਰ ਜਿੱਥੇ ਜਿਹੜੇ ਐਮਬੈਸੀਜ਼ ਨੇ ਉਹਨਾਂ ਦੇ ਉੱਤੇ ਹਮਲਾ ਹੁੰਦਾ। ਸਵਾਲ ਇਹ ਹੈ ਕਿ ਜਿਸ ਧਰਤੀ ਦਾ ਜ਼ਿਕਰ ਹੈ ਉਸ ਧਰਤੀ ਤੇ ਆ ਕੇ ਗੱਲ ਕਿਉਂ ਨਹੀਂ ਹੁੰਦੀ? ਜਿਸ ਧਰਤੀ ਦਾ ਜ਼ਿਕਰ ਕਰਕੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਖਾਲਿਸਤਾਨ ਦੀ ਗੱਲ ਅਸੀਂ ਕਰੀਏ, ਉੱਥੇ ਆ ਕੇ ਗੱਲ ਨਹੀਂ ਨਾ ਹੁੰਦੀ ਕਿ ਗੱਲ ਹੋ ਰਹੀ ਹੈ ਸਾਰੀ ਕੈਨੇਡਾ ਦੇ ਵਿੱਚ। ਚਲੋ ਥੋੜਾ ਇੱਕ ਵਾਰੀ ਟਾਈਮ ਦਿਓ, ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰ ਲਵਾਂ। ਮੈਂ ਤੁਹਾਡੇ ਕੋਲ ਆਵਾਂਗਾ, ਬਹੁਤ ਸਾਰੇ ਸਵਾਲ ਤੁਹਾਡੇ ਕੋਲ ਹੋਣਗੇ ਸਰ, ਤੁਹਾਡੇ ਤੋਂ ਮੈਂ ਜਵਾਬ ਲੈਣਾ ਚਾਹੂੰਗਾ, ਇਨਫੈਕਟ ਲੋਕ ਲੈਣਾ ਚਾਹਣਗੇ। ਮੈਂ ਇੱਕ ਵਾਰ ਰੁਕ ਕਰਦਾ ਵਿਜੇ ਭਾਰਦਵਾਜ ਜੀ ਦਾ। ਵਿਜੇ ਭਾਰਦਵਾਜ ਜੀ, ਤੁਸੀਂ ਇਸ ਪੂਰੀ ਜੋ ਘਟਨਾਕ੍ਰਮ ਵਾਪਰ ਰਿਹਾ ਉਸ ਨੂੰ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਪੰਜਾਬੀ ਨੇ, ਗਰੇਵਾਲ ਜੀ ਨੇ ਜ਼ਿਕਰ ਕੀਤਾ ਸੀ ਕਿ ਸਿੱਧਾ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਪਰ ਇਹ ਵੀ ਲੱਗਦਾ ਹੈ ਕਿ ਜਦੋਂ ਮੈਂ ਪੰਜਾਬੀਆਂ ਦਾ ਜ਼ਿਕਰ ਕਰ ਰਿਹਾ ਤੇ ਇੱਥੇ ਜਿਹੜੇ ਹਿੰਦੂ ਰਹਿੰਦੇ ਨੇ ਉਹ ਵੀ ਬਹੁਤ ਵੱਡੀ ਗਿਣਤੀ 'ਚ ਕੈਨੇਡਾ ਪਹੁੰਚ ਗਏ। ਜਿਹੜੇ ਇੱਥੇ ਹੋਰ ਕਮਿਊਨਿਟੀ ਦੇ ਲੋਕ ਰਹਿੰਦੇ ਨੇ, ਕੋਈ ਮੁਸਲਮਾਨ ਪਰਿਵਾਰ ਤੋਂ ਹੋਵੇ ਜਾਂ ਕੋਈ ਈਸਾਈ ਭਾਈਚਾਰੇ ਤੋਂ ਹੋਵੇ, ਉਹ ਵੀ ਕੈਨੇਡਾ ਪਹੁੰਚ ਗਏ, ਉੱਥੇ ਜਾ ਕੇ ਰਹਿ ਰਹੇ ਨੇ। ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬੀ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਕੋਈ ਅਸਰ ਨਜ਼ਰ ਆ ਸਕਦਾ? ਤੁਹਾਨੂੰ ਲੱਗਦਾ ਕਿ ਉਹਨਾਂ ਦੇ ਲਈ ਉੱਥੇ ਸਥਿਤੀਆਂ ਵਿਗੜ ਸਕਦੀਆਂ ਨੇ ਜਾਂ ਫਿਰ ਉੱਥੇ ਰਹਿਣਾ ਮੁਸ਼ਕਿਲ ਹੋ ਸਕਦਾ, ਜਾਂ ਉੱਥੇ ਦੀ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਜਾਂ ਫਿਰ ਦੋਵੇਂ ਦੇਸ਼ਾਂ ਦੇ ਜਿਹੜੇ ਤਲਖ ਤੇਵਰ ਨੇ ਉਸ ਦੀ ਵਜ੍ਹਾ ਨਾਲ ਕੋਈ ਦਿੱਕਤ ਆ ਸਕਦੀ ਹੈ?
ਦੇਖੋ, ਇੱਕ ਪਾਸੇ ਆਪਾਂ ਬੜੀ ਸੋਚਣ ਦੀ ਗੱਲ ਹੈ, ਇੱਕ ਪਾਸੇ ਸਾਰੇ ਵਰਲਡ ਦੀ ਜਿਹੜੀ ਕਮਿਊਨਿਟੀ ਹੈ, ਜਿਹੜੇ ਵਰਲਡ ਦੇ ਲੀਡਰ ਹੈ ਜੀ, ਉਹ ਮੇਰੀ ਆਵਾਜ਼ ਮੈਨੂੰ ਦੁਬਾਰਾ ਸੁਣਦੀ ਪਈ ਹੈ। ਆ ਜਰਾ ਆ ਦੇਖਣਾ ਜਰਾ ਪਲੀਜ਼। ਠੀਕ ਆ, ਉਹ ਠੀਕ ਕਰ ਦੇਣਗੇ। ਵਰਲਡ ਕਮਿਊਨਿਟੀ ਦੇ ਜਿਹੜੇ ਲੀਡਰ ਹੈ ਉਹ ਬੈਠ ਕੇ ਇਹ ਕਹਿ ਰਹੇ ਹੈ ਵੀ ਆਪਾਂ ਨੇ ਆਤੰਕਵਾਦ ਨੂੰ, ਹਾਂ, ਉਹ ਕਹਿੰਦੇ ਪਏ ਆ, ਸਾਰੇ ਲੀਡਰ ਮਿਲ ਕੇ ਇਹ ਗੱਲ ਕਰਦੇ ਪਏ ਆ ਵੀ ਆਪਾਂ ਪੂਰੇ ਵਰਲਡ ਦੇ ਵਿੱਚੋਂ ਆਤੰਕਵਾਦ ਨੂੰ ਕਿੱਦਾਂ ਖਤਮ ਕਰਨਾ ਹੈ ਜੀ। ਔਰ ਦੂਸਰੇ ਪਾਸੇ ਕੈਨੇਡਾ ਵਰਗਾ ਇੱਕ ਐਸਾ ਦੇਸ਼ ਹੈ ਜਿਹੜਾ ਕਿ ਆਤੰਕਵਾਦੀਆਂ ਨੂੰ ਪਾਲਦਾ ਪਿਆ ਜਿਸ ਤਰੀਕੇ ਨਾਲ ਪਾਕਿਸਤਾਨ ਪਾਲਦਾ ਪਿਆ ਸੀਗਾ। ਔਰ ਉਸੇ ਤਰੀਕੇ ਦੇ ਨਾਲ ਜਿਹੜਾ ਕੈਨੇਡਾ ਹੈ ਉਹ ਕਿੱਦਾਂ ਆਤੰਕਵਾਦੀਆਂ ਨੂੰ ਪਾਲ ਕੇ, ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਹੋਏਗਾ, ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਿਸਲੇ ਕਿਸਾਨ ਮੂਵਮੈਂਟ ਚੱਲੀ ਸੀਗੀ ਪੰਜਾਬ ਦੇ ਵਿੱਚ, ਇੱਥੇ ਆਪਣੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀਗਾ, ਸਭ ਤੋਂ ਜ਼ਿਆਦਾ ਫੰਡਿੰਗ ਜਿਹੜੀ ਸੀਗੀ ਉਹ ਕੈਨੇਡਾ ਦੇ ਵਿੱਚੋਂ ਹੋਈ। ਹਿੰਦੁਸਤਾਨ ਨੂੰ ਅਸਥਿਰ ਕਰਨ ਵਾਸਤੇ, ਹਿੰਦੁਸਤਾਨ ਨੂੰ ਪੂਰੇ ਵਰਲਡ ਦੇ ਵਿੱਚ ਬਦਨਾਮ ਕਰਨ ਵਾਸਤੇ ਸਾਰੀ ਕੈਨੇਡਾ ਦੀ ਫੰਡਿੰਗ ਹੋਈ। ਹੁਣ ਆਪਾਂ ਇਹ ਗੱਲ ਦੇਖਦੇ ਪਏ ਹਾਂ, ਹੁਣੀ ਮੈਂ ਮੰਡ ਸਾਹਿਬ ਦੀ ਗੱਲ ਸੁਣਦਾ ਪਿਆ ਸੀਗਾ, ਗਰੇਵਾਲ ਸਾਹਿਬ ਨੇ ਤਾਂ ਬਹੁਤ ਵਧੀਆ ਗੱਲਾਂ ਕਹੀਆਂ, ਉਹਨਾਂ ਨੇ ਬੜੀਆਂ ਨਪੀਆਂ ਤੁਲੀਆਂ ਗੱਲਾਂ ਕਹੀਆਂ। ਮੰਡ ਸਾਹਿਬ ਕਰਦੇ ਪਏ ਸੀਗੇ ਸਾਡੇ ਇੰਡੀਅਨ ਗਵਰਨਮੈਂਟ ਦੇ ਨਾਲ ਪੰਗਾ, ਤੁਹਾਡਾ ਇੰਡੀਅਨ ਗਵਰਨਮੈਂਟ ਦੇ ਨਾਲ ਪੰਗਾ ਹੈ, ਪਰ ਸਾਡੇ ਹਿੰਦੂਆਂ ਨਾਲ ਕੀ ਤੁਹਾਡਾ ਪੰਗਾ ਹੈ ਵੀ ਜਿਸਲੇ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਚਲਾਉਂਦੇ ਹੋ, ਹਿੰਦੂਆਂ ਨੂੰ ਟਾਰਗੇਟ ਕਰਦੇ ਹੋ। 1980 ਤੋਂ ਲੈ ਕੇ 1990 ਦੇ ਵਿੱਚ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਚਲਾਈ ਸੀਗੀ, ਹਜ਼ਾਰਾਂ ਹਿੰਦੂਆਂ ਨੂੰ ਮਾਰਿਆ ਤੁਸੀਂ, ਉਹਨਾਂ ਦਾ ਨਰਸੰਹਾਰ ਕੀਤਾ, ਕਤਲੇਆਮ ਕੀਤਾ, ਉਹਨਾਂ ਨੂੰ ਇੱਥੋਂ ਪੰਜਾਬ ਤੋਂ ਛੱਡਣ ਵਾਸਤੇ ਮਜਬੂਰ ਕਰਤਾ। ਇਸ ਕਰਕੇ ਮੈਂ ਅੱਜ ਵੀ ਇੱਕ ਗੱਲ ਕਹੀ ਸੀਗੀ, ਮੈਂ ਇਹ ਗੱਲ ਕਹੀ ਹੈ ਵੀ ਕੈਨੇਡਾ ਦੇ ਵਿੱਚ ਹੋਇਆ, ਚਾਹੇ ਆਪਣੇ ਆਸਟ੍ਰੇਲੀਆ ਦੇ ਵਿੱਚ ਕਹਿ ਲਓ, ਜਿੱਥੇ ਤੁਹਾਡੀ ਅਗਰ ਦੁਸ਼ਮਣੀ ਹੈ, ਤੁਸੀਂ ਗਵਰਨਮੈਂਟ ਦੇ ਨਾਲ ਜੋ ਕੁਝ ਕਰਨਾ ਹੈ ਆਪਣੇ ਕਰੋ, ਪਰ ਹਿੰਦੂਆਂ ਦੇ ਮੰਦਿਰਾਂ ਦੇ ਉੱਤੇ ਤੁਸੀਂ ਜਾ ਕੇ ਕਿਉਂ ਇਹੋ ਜਿਹੇ ਅਟੈਕ ਕਰਦੇ ਹੋ, ਹਿੰਦੂਆਂ ਨੂੰ ਕਿਉਂ ਤੰਗ ਕਰਦੇ ਹੋ, ਹਿੰਦੂਆਂ ਨੂੰ ਕਿਉਂ ਗਾਲਾਂ ਕੱਢਦੇ ਹੋ। ਇਸ ਕਰਕੇ ਸਾਨੂੰ ਅੱਜ ਦੀ ਸਭ ਤੋਂ ਵੱਡੀ ਜਿਹੜੀ ਚਿੰਤਾ ਕੈਨੇਡਾ ਦੀ ਹੈ, ਉਹ ਸਾਡੇ ਹਿੰਦੂ ਬਹੁਤ ਜ਼ਿਆਦਾ ਬੱਚੇ ਇੱਥੇ ਪੜਨ ਵਾਸਤੇ ਗਏ ਹੋਏ ਆ, ਇਹ ਲੋਕੀ ਟਾਰਗੇਟ ਕਰਨਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਗਵਰਨਮੈਂਟ ਜਿੱਦਾਂ ਇਹਨਾਂ ਨੂੰ ਸਪੋਰਟ ਕਰਦੀ ਪਈ ਹੈ, ਸਾਨੂੰ ਆਪਣੇ ਹਿੰਦੂ ਬੱਚਿਆਂ ਦੀ ਚਿੰਤਾ ਲੱਗ ਗਈ ਹੈ ਵੀ ਸਾਡੇ ਉੱਥੇ ਹਿੰਦੂਆਂ ਦੀ ਜਿਹੜੀ ਸਿਕਿਉਰਿਟੀ ਕਿੱਦਾਂ ਹੋਏਗੀ। ਅਸੀਂ ਵੀ, ਮੈਂ ਅੱਜ ਵੀ ਸਰਕਾਰ ਦੇ ਅੱਗੇ ਬੇਨਤੀ ਕੀਤੀ ਹੈ, ਪੰਜਾਬ ਆਪਣੇ ਭਾਰਤ ਸਰਕਾਰ ਦੇ ਅੱਗੇ, ਵੀ ਸਾਡੇ ਜਿਹੜੇ ਹਿੰਦੂ ਬੈਠੇ ਆ ਇਹਨਾਂ ਦੇ ਕੋਲੋਂ ਗਵਰਨਮੈਂਟ, ਸਾਨੂੰ ਕੈਨੇਡਾ ਦੀ ਗਵਰਨਮੈਂਟ ਤੋਂ ਬਿਲਕੁਲ ਵਿਸ਼ਵਾਸ ਨਹੀਂ ਹੈ ਵੀ ਇਹ ਕੁਝ ਕਰ ਪਾਣਗੇ। ਸਾਡੇ ਹਿੰਦੂਆਂ ਦੇ ਬੱਚਿਆਂ ਨੂੰ, ਹਿੰਦੂਆਂ ਦੇ ਮੰਦਿਰਾਂ ਨੂੰ, ਹਿੰਦੂਆਂ ਦੀ ਐਸਟੈਬਲਿਸ਼ਮੈਂਟ ਨੂੰ ਕਿੱਦਾਂ ਸਿਕਿਉਰ ਕੀਤਾ ਜਾਏਗਾ, ਇਹ ਸਾਡੇ ਨਹੀਂ ਵਿਜੇ ਭਾਰਦਵਾਜ ਜੀ, ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਹਿੰਦੂ ਸਿੱਖ ਕਰਨ ਦੀ ਜ਼ਰੂਰਤ ਹੈ? ਇਹਨੇ ਕੀਤਾ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਵਾਰ-ਵਾਰ ਪੰਜਾਬੀਆਂ ਦਾ ਜ਼ਿਕਰ ਕਰਦਾ, ਬਹੁਤ ਸਾਰੇ ਇਸ ਸਮੇਂ ਜਿਹੜੇ ਪੰਜਾਬ ਤੋਂ ਹਿੰਦੂ ਜਾਂ ਮੁਸਲਿਮ ਜਾਂ ਸਿੱਖ ਮੁੰਡੇ ਗਏ ਹੋਏ ਨੇ, ਜਾਂ ਬੱਚੇ ਗਏ ਹੋਏ ਨੇ, ਕੁੜੀਆਂ ਵੀ ਉਹਦੇ ਵਿੱਚ ਹੈਗੀਆਂ, ਬਹੁਤ ਸਾਰੇ ਬੱਚੇ ਅਜਿਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਮਿਲੇ, ਅਲੱਗ-ਅਲੱਗ ਧਰਮ ਦੇ ਨੇ, ਉਹ ਇਕੱਠੇ ਰਹਿ ਰਹੇ ਨੇ, ਉੱਥੇ ਕੋਈ ਪ੍ਰੋਬਲਮ ਨਹੀਂ, ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਉੱਥੇ ਜਾ ਕੇ ਰਹਿ ਰਹੇ ਆ, ਕੋਈ ਐਸੀ ਦਿੱਕਤ ਨਹੀਂ। ਕਿ ਬਹੁਤ ਸਾਰੇ ਐਸੇ ਤੁਹਾਡੀ ਵੀ ਜਾਣਕਾਰੀ ਦੇ ਵਿੱਚ ਹੋਣਗੇ, ਮੇਰੀਆਂ ਵੀ ਰਿਸ਼ਤੇਦਾਰੀਆਂ ਦੇ ਵਿੱਚ ਹੈਗੇ ਨੇ ਜਿਹੜੇ ਗਏ ਸੀ ਇੱਥੋਂ, ਔਰ ਜਾ ਕੇ ਉੱਥੇ ਉਹਨਾਂ ਦੇ ਨਾਲ ਇੱਕ ਲੁਧਿਆਣੇ ਦਾ ਮੁੰਡਾ ਮਿਲ ਗਿਆ, ਕਿਸੇ ਨੂੰ ਕੋਈ ਪਠਾਨਕੋਟ ਦਾ ਮੁੰਡਾ ਮਿਲ ਗਿਆ, ਉਹ ਇਕੱਠੇ ਇੱਕ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਆ। ਤੁਹਾਨੂੰ ਲੱਗਦਾ ਕਿ ਹਿੰਦੂ ਸਿੱਖ ਕਰਨ ਦੀ ਜ਼ਰੂਰਤ ਹੈ ਇਸ ਪੂਰੇ ਇਸ਼ੂ ਦੇ ਵਿੱਚ? ਨਹੀਂ, ਹਿੰਦੂ ਸਿੱਖ ਦੀ ਜ਼ਰੂਰਤ ਇਸ ਕਰਕੇ ਸਾਨੂੰ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਹੁਣੀ ਦੇਖਿਆ ਹੋਏਗਾ ਕਿਸ ਤਰੀਕੇ ਨਾਲ ਇਹੀ ਖਾਲਿਸਤਾਨੀ, ਜਿਹੜੇ ਖਾਲਿਸਤਾਨੀ ਹੈ, ਆਪਣੇ ਨੂੰ ਖਾਲਿਸਤਾਨੀ ਕਹਿੰਦੇ ਆ, ਆਮ ਸਿੱਖ ਨਹੀਂ, ਆਮ ਸਿੱਖ ਦੀ ਗੱਲ ਨਹੀਂ ਕਰਦੇ ਪਏ, ਆਮ ਜਿਹੜੇ ਸਿੱਖ ਹੈ ਉਹ ਇਹੋ ਜਿਹੀ ਵਾਰਦਾਤਾਂ ਨਹੀਂ ਕਰਦੇ, ਜਿਹੜੇ ਖਾਲਿਸਤਾਨੀ ਆਪਣੇ ਉਹਨੂੰ ਕਹਿੰਦੇ ਆ। ਖਾਲਿਸਤਾਨੀ ਕਿੱਦਾਂ ਮੰਦਿਰਾਂ ਦੇ ਉੱਤੇ ਅਟੈਕ ਕਰਦੇ ਆ, ਮੰਦਿਰਾਂ ਦੇ ਆਪਣੇ ਉੱਥੇ ਦੇ ਬੰਦਿਆਂ ਨੂੰ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਵਾਰਨਿੰਗਾਂ ਦਿੰਦੇ ਆ ਜੀ। ਔਰ ਇਹ ਚੀਜ਼ ਤੁਸੀਂ ਪੰਜਾਬ ਦੇ ਵਿੱਚ 1980 ਦੇ ਦਸ਼ਕ ਵਿੱਚ ਦੇਖ ਚੁੱਕੇ ਹੋਏ ਹੋ, ਹੋਰ ਕਿਸੇ ਨੂੰ ਨਹੀਂ, ਕਿਸੇ ਮੁਸਲਮਾਨ ਨੂੰ ਨਹੀਂ, ਕਿਸੇ ਈਸਾਈ ਨੂੰ ਨਹੀਂ। ਜਿਹੜਾ ਟਾਰਗੇਟ ਕੀਤਾ ਗਿਆ ਇਸ ਪੂਰੇ ਇਸ਼ੂ ਦੇ ਵਿੱਚ ਮੈਂ ਵਿਚਾਲੇ ਇਸ ਕਰਕੇ ਰੁਕ ਗਿਆ, ਮੈਂ ਇੱਕ ਵਾਰੀ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ। ਦੇਖੋ, ਤੁਸੀਂ ਇਸ ਪੂਰੇ ਇਸ਼ੂ ਦੇ ਵਿੱਚ ਇੱਕ ਨਵਾਂ ਐਂਗਲ ਜ਼ਰੂਰ ਲੈ ਕੇ ਆ ਰਹੇ ਹੋ। ਮੈਂ ਕਹਿ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਲੋਕ ਉੱਥੇ ਗਏ ਹੋਏ ਨੇ, ਜਾਂ ਭਾਰਤ ਦੇ ਵੱਖ-ਵੱਖ ਜਿਹੜੇ ਲੋਕ ਗਏ ਹੋਏ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚੋਂ, ਉਹਨਾਂ ਨੂੰ ਕੋਈ ਰਹਿਣ ਦੇ ਵਿੱਚ ਦਿੱਕਤ ਨਾ ਆਵੇ, ਪਰ ਤੁਸੀਂ ਡਾਇਰੈਕਟਲੀ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਤੋਂ ਹਿੰਦੂ ਮੁੰਡੇ ਗਏ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ। ਖੈਰ, ਬਹੁਤੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ, ਜਿਹੜੇ ਉੱਥੇ ਵੀ ਰਹਿੰਦੇ ਨੇ, ਜਿਹੜੇ ਇੱਥੇ ਵੀ ਰਹਿੰਦੇ ਨੇ।
ਪਰ ਫਿਰ ਵੀ ਮੈਂ ਇੱਥੇ ਰਿਐਕਸ਼ਨ ਜ਼ਰੂਰ ਲਵਾਂਗਾ। ਚੰਨੀ ਥੋੜਾ ਜਿਹਾ ਵੇਟ ਕਰਿਓ। ਮੰਡ ਜੀ ਤੁਸੀਂ ਮੈਨੂੰ ਲੱਗਦਾ ਕਿ ਜ਼ਰੂਰ ਇਸ ਦੇ ਉੱਤੇ ਰਿਐਕਟ ਕਰਨਾ ਚਾਹੋਗੇ। ਪਹਿਲੀ ਗੱਲ ਜਿਹੜੀ ਗੌਰਵ ਜੀ ਤੁਸੀਂ ਆਪ ਹੀ ਕਹਿਤਾ ਕਿ ਡਿਬੇਟ ਤੋਂ ਬਾਹਰੀ ਗੱਲ ਆ, ਪਰ ਮੈਂ ਇੱਥੇ ਜਿਹੜੀ ਇਹਨਾਂ ਨੇ ਗੱਲ ਹੈ ਉਹਨੂੰ ਸਿਰਫ ਮੈਂ ਅੱਧੇ ਮਿੰਟ ਦੇ ਵਿੱਚ ਗੱਲ ਨਿਬੇੜ ਦਿੰਦਾ। ਉਹ ਇਹ ਆ ਕਿ ਪੂਰੇ ਮੂਵਮੈਂਟ ਦੇ ਵਿੱਚ